ਆਪ ਸਰਬਤ ਸੰਗਤਾਂ ਬਹੁਤ ਹੀ ਵਡਭਾਗੇ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ। ਸੋ ਸਤਿਗੁਰਾਂ ਨੇ ਸਾਡੇ ਸੰਸਾਰਿਕ ਜੀਵਾਂ 'ਤੇ ਤਰਸ ਕਰਕੇ ਅੰਮ੍ਰਿਤਮਈ ਉਪਦੇਸ਼ ਸਾਡੇ ਸੰਸਾਰਿਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਆ ਹੈ। ਸੋ ਸਤਿਗੁਰੂ ਜੀ ਅੱਜ ਦੇ ਪਾਵਨ ਫਰਮਾਨ ਦੁਆਰਾ ਕੀ ਬਖਸ਼ਿਸ਼ਾਂ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ। ਅੱਜ ਦੇ ਪਾਵਨ ਪਵਿੱਤਰ ਫਰਮਾਨ ਨੂੰ ਵਿਚਾਰੀਏ, ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾਂ। ਅੱਜ ਦਾ ਪਾਵਨ ਪਵਿੱਤਰ ਫਰਮਾਨ ਜੈਤ ਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਅੱਜ ਦਾ ਪਾਵਨ ਫਰਮਾਨ ਹੈ। ਸਤਿਗੁਰਾਂ ਨੇ 701 ਅਤੇ 2 ਅੰਕ ਦੇ ਵਿਚਕਾਰ ਇਸ ਹੁਕਮ ਨੂੰ ਸੁਭਾਏਮਾਨ ਕੀਤਾ ਹੈ ਜੀ। ਕੋਈ ਜਨ ਹਰਿ ਸਿਉ ਦੇਵੈ ਜੋਰ। ਸ਼ਬਦ ਦੀਆਂ ਰਮਤਾ ਵਾਲੀਆਂ ਪੰਕਤੀਆਂ, ਸ਼ਬਦ ਦਾ ਰਹਾਉ ਵਾਲਾ ਬੰਦ ਹੈ ਤੇ ਸਤਿਗੁਰੂ ਜੀ ਕੀ ਬਖਸ਼ਾਂ ਕਰ ਰਹੇ ਨੇ ਤੇ ਮੇਰੇ ਦਾਤਾ ਜੀ ਕਹਿ ਰਹੇ ਨੇ ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜੁੜਿਆ ਹੋਇਆ ਮਨੁੱਖ ਰੱਬ ਦੇ ਨਾਮ ਦੇ ਵਿੱਚ ਰੰਗੀ ਹੋਈ ਰੂਹ ਮੈਨੂੰ ਰੱਬ ਜੀ ਦੇ ਨਾਲ ਜੋੜ ਦੇਵੇ। ਤੇ ਸਤਿਗੁਰੂ ਜੀ ਕਹਿ ਰਹੇ ਨੇ ਪੰਚਮ ਗੁਰਦੇਵ ਕਹਿ ਰਹੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਜਿਹੜਾ ਮੈਨੂੰ ਰੱਬ ਦੇ ਨਾਲ ਜੋੜ ਦੇਵੇਗਾ। ਕਿਉਂਕਿ ਗੁਰਮੁਖੋ ਸਤਿਗੁਰਾਂ ਨੇ ਬਾਤ ਆਪਣੇ 'ਤੇ ਲਾਗੂ ਕਰਕੇ ਕਹੀ, ਕਿਉਂਕਿ ਗੁਰੂ ਸਮਰੱਥ ਹੈ। ਸਤਿਗੁਰਾਂ ਨੇ ਤੇ ਇੱਥੇ ਨਿਮਰਤਾ ਦੇ ਵਿੱਚ ਆ ਕੇ ਬਾਤ ਕਹੀ। ਗੁਰੂ ਹਰ ਪੱਖੋਂ ਪੂਰਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਤਿਗੁਰੂ ਜੀ ਸਾਨੂੰ ਸਿੱਖਿਆ ਵੀ ਦੇ ਰਹੇ ਨੇ ਤਾਂ ਵੀ ਆਪਣੇ 'ਤੇ ਬਾਤ ਲਾਗੂ ਕਰਕੇ ਸਾਨੂੰ ਸਮਝਾ ਰਹੇ ਨੇ। ਇੱਥੇ ਮੇਰੇ ਦਾਤਾ ਜੀ ਕਹਿ ਰਹੇ ਨੇ ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜੁੜਿਆ ਹੋਇਆ ਮਨੁੱਖ ਰੱਬ ਦੇ ਨਾਮ ਦੇ ਵਿੱਚ ਰੰਗੀ ਹੋਈ ਰੂਹ, ਰੱਬ ਦੇ ਗਿਆਨ ਦੇ ਵਿੱਚ ਭਿੱਜੀ ਹੋਈ ਰੂਹ ਮੈਨੂੰ ਅਕਾਲ ਪੁਰਖ ਜੀ ਦੇ ਨਾਲ ਜੋੜ ਦੇਵੇ। ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਪੁੱਛਿਆ, ਦਾਤਾ ਜੀ ਰੱਬ ਜੀ ਦੇ ਨਾਲ ਜੋੜ ਦਿੱਤਾ, ਭੇਟਾ ਵਜੋਂ ਕੀ ਦੇਵੋਗੇ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਚਰਨ ਗਹੋਂ, ਮੈਂ ਉਸ ਦੇ ਚਰਨ ਪਕੜ ਲਵਾਂਗਾ। ਬਕੋਂ ਸੁਭ ਰਸਨਾ, ਮੈਂ ਉਸ ਨੂੰ ਧੰਨਵਾਦ ਦੇ ਮਿੱਠੇ ਬੋਲ ਬੋਲਾਂਗਾ। ਇੱਥੇ ਹੀ ਬਸ ਨਹੀਂ ਤੇ ਮੇਰੇ ਦਾਤਾ ਜੀ ਕਹਿ ਰਹੇ ਨੇ ਦੀਜੈ ਪ੍ਰਾਨ ਅਕੋਰ, ਮੈਂ ਆਪਣੇ ਪ੍ਰਾਣ ਵੀ ਉਸ ਨੂੰ ਭੇਟਾ ਵਜੋਂ ਦੇ ਦੇਵਾਂਗਾ। ਵੇਖੋ ਰੱਬ ਜੀ ਦੇ ਨਾਮ ਦੇ ਨਾਲ ਜੋੜਨ ਦੀ ਸਤਿਗੁਰਾਂ ਨੇ ਕਿੱਡੀ ਵੱਡੀ ਬਾਤ ਕਹੀ। ਜੋ ਰੱਬ ਜੀ ਦੇ ਚਰਨਾਂ ਦੇ ਵਿੱਚ ਜੋੜ ਦੇਵੇ, ਰੱਬ ਜੀ ਦੀ ਇਬਾਦਤ ਵਿੱਚ ਜੋੜ ਦੇਵੇ ਤੇ ਗੁਰਮੁਖੋ ਸੰਸਾਰ ਦੇ ਵਿੱਚ ਟੁੱਟੇ ਹੋਏ ਮਨੁੱਖ ਨੂੰ ਗੁਰੂ ਕੇ ਚਰਨਾਂ ਵਿੱਚ ਜੋੜਦਾ ਹੈ ਤੇ ਦਾਤਾ ਜੀ ਕਹਿ ਰਹੇ ਨੇ ਮੈਂ ਉਸ ਨੂੰ ਪ੍ਰਾਣ ਵੀ ਆਪਣੇ ਭੇਟਾ ਕਰ ਦਿਆਂਗਾ, ਪ੍ਰਾਣ ਵੀ ਆਪਣੇ ਅਰਪਿਤ ਕਰ ਦਿਆਂਗਾ। ਇਸ ਲਈ ਭਾਗਾਂ ਵਾਲਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਦਾ ਹੀ ਜਵਾਬ ਦਿੱਤਾ ਸੀ।
ਸਤਿਗੁਰਾਂ ਨੇ ਗੁਰਮੁਖੋ ਇਨ੍ਹਾਂ ਪੰਕਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਹੰਢਾਇਆ ਤੇ ਜਦ ਪੰਜ ਪਿਆਰਿਆਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਛਕਾਇਆ, ਪੰਜਾਂ ਨੇ ਗੁਰਮੁਖੋ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਰਾਏ ਉਹ ਵੀ ਦਾਤਾ ਜੀ ਕਹਿਣ ਲੱਗੇ, ਮੈਨੂੰ ਵੀ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤੇ ਗੁਰਮੁਖੋ ਦਾਤਾ ਜੀ ਨੂੰ ਸਿੱਖ ਕਹਿਣ ਲੱਗੇ, ਸਿੰਘ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਤੇ ਇੱਕ ਇੱਕ ਸਿਰ ਭੇਟਾ ਵਜੋਂ ਦਿੱਤਾ ਹੈ, ਤੁਸੀਂ ਭੇਟਾ ਵਜੋਂ ਕੀ ਦੇਵੋਗੇ? ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ, ਥੋੜਾ ਸਮਾਂ ਸਤਿਗੁਰੂ ਜੀ ਚੁੱਪ ਰਹੇ ਤੇ ਥੋੜੇ ਸਮੇਂ ਬਾਅਦ ਸਤਿਗੁਰੂ ਜੀ ਬੋਲੇ, ਜਦ ਸਿੱਖ ਧਰਮ ਤੇ ਭੀੜ ਪਵੇਗੀ ਮੈਂ ਆਪਣਾ ਪਰਿਵਾਰ ਵੀ ਵਾਰ ਦਿਆਂਗਾ ਤੇ ਆਪਾ ਵੀ ਇਸ ਕੌਮ ਤੋਂ ਵਾਰ ਦਿਆਂਗਾ। ਤੇ ਗੁਰਮੁਖੋ ਸਤਿਗੁਰਾਂ ਨੇ ਵਾਰਿਆ, ਸਤਿਗੁਰਾਂ ਨੇ ਪਾਵਨ ਹੁਕਮ ਉਚਾਰਨ ਕੀਤੇ, ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ, ਮੈਂ ਆਪਣੇ ਪੰਥ ਤੇ ਕਦੀ ਆਂਚ ਨਹੀਂ ਆਣ ਦਿਆਂਗਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਭਾਵੇਂ ਮੈਂ ਉਜੜ ਜਾਵਾਂ ਪਰਿਵਾਰ ਸਾਰਾ ਪੰਥ ਤੋਂ ਵਾਰ ਦਿਆਂਗਾ, ਕੌਮ ਤੋਂ ਵਾਰ ਦਿਆਂਗਾ। ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਿਆ, ਗੋਬਿੰਦ ਸਿੰਘ ਬਣੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਜੋ ਰੱਬ ਦੇ ਨਾਲ ਜੋੜ ਦੇਵੇ ਮੈਂ ਆਪਣੇ ਪ੍ਰਾਣ ਵੀ ਉਸ ਨੂੰ ਭੇਟਾ ਵਜੋਂ ਨਿਸ਼ਾਵਰ ਕਰ ਦੇਵਾਂਗਾ ਜੀ। ਰਹਾਓ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ, ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ। ਸਤਿਗੁਰਾਂ ਨੇ ਹੁਣ ਸਮਝਾ ਦਿੱਤਾ ਆਪਣੇ ਮਨ ਨੂੰ ਤਿਆਰ ਕਿਸ ਤਰ੍ਹਾਂ ਕਰਨਾ ਹੈ। ਸਾਹਿਬ ਜੀ ਕਹਿ ਰਹੇ ਹਨ, ਮਨ ਤਨ ਨਿਰਮਲ ਕਰਤ ਕਿਆਰੋ, ਆਪਣੇ ਮਨ ਨੂੰ ਕਿਆਰਾ ਬਣਾਉਣਾ ਕਰ। ਤੇ ਸਤਿਗੁਰੂ ਜੀ ਕਹਿ ਰਹੇ ਹਨ, ਕਿਆਰੇ ਦੇ ਆਲੇ ਦੁਆਲੇ ਵੱਟਾਂ ਇਤਨੀਆਂ ਉੱਚੀਆਂ ਬਣਾ ਕਿ ਇਸ ਦੇ ਵਿੱਚ ਵਕਾਰ ਹਾਵੀ ਨਾ ਹੋ ਸਕਣ। ਤੇ ਸਤਿਗੁਰਾਂ ਨੇ ਵੇਖੋ, ਜੇ ਕਿਸਾਨ ਦੇ ਕੋਲ ਗਏ ਉਸ ਦੀ ਕਿਸਾਨੀ, ਉਸ ਦੀ ਕਿਰਤ ਦੇ ਵਿੱਚੋਂ ਉਸ ਨੂੰ ਸਮਝਾ ਦਿੱਤਾ। ਜੇ ਸਤਿਗੁਰੂ ਜੀ ਦੁਕਾਨਦਾਰ ਦੇ ਕੋਲ ਗਏ, ਉਸ ਦੀ ਦੁਕਾਨ ਦੀ ਕਿਰਤ ਵਿੱਚੋਂ ਉਸ ਨੂੰ ਸਮਝਾ ਦਿੱਤਾ। ਸਤਿਗੁਰੂ ਜੀ ਮਜ਼ਦੂਰ ਦੇ ਕੋਲ ਗਏ, ਉਸ ਦੀ ਮਜ਼ਦੂਰੀ ਦੇ ਵਿੱਚੋਂ ਉਸ ਨੂੰ ਸਮਝਾ ਦਿੱਤਾ। ਤੇ ਗੁਰਮੁਖੋ ਹਰ ਇੱਕ ਕੰਮ ਕਰਨ ਵਾਲੇ ਦੇ, ਉਸ ਦੇ ਧੰਦੇ, ਉਸ ਦੇ ਕੰਮ ਵਿੱਚੋਂ ਗੁਰੂ ਨੇ ਸਮਝਾ ਦਿੱਤਾ ਇਹ ਕੰਮ ਕਰਨਾ ਕਿਸ ਤਰ੍ਹਾਂ ਹੈ। ਤੇ ਸਾਹਿਬ ਜੀ ਕਹਿ ਰਹੇ ਨੇ, ਮਨ ਤਨ ਨਿਰਮਲ ਕਰਤ ਕਿਆਰੋ, ਆਪਣੇ ਮਨ ਨੂੰ ਪਵਿੱਤਰ ਕਿਆਰਾ ਬਣਾਉਣਾ ਕਰ। ਮਨ ਅਤੇ ਤਨ ਦੋਨਾਂ ਦੀ ਬਾਤ ਕੀਤੀ, ਕਿਉਂਕਿ ਗੁਰਮੁਖੋ ਮਨ ਇਸ ਤਨ ਦੇ ਵਿੱਚ ਟਿਕਿਆ ਹੋਇਆ ਹੈ। ਸਾਹਿਬ ਕਹਿ ਰਹੇ ਹਨ, ਮਨ ਨੂੰ ਕਿਆਰਾ ਬਣਾ ਲੈ, ਤਨ ਰੂਪੀ ਵੱਟਾਂ ਬਣਾ ਲੈ ਤੇ ਇਹਨਾਂ ਨੂੰ ਨਿਰਮਲ ਕਰ ਲੈ। ਕਰਤ ਕਿਆਰੋ, ਇਸ ਦੇ ਵਿੱਚੋਂ ਘਾਹ ਫੂਸ ਆਦਿਕ ਪੁੱਟ ਕੇ ਸੁੱਟ ਦੇ। ਤੇ ਸਾਹਿਬ ਕਹਿ ਰਹੇ ਹਨ, ਹਰ ਸਿੰਚੈ ਸੁਦਾ ਸੰਜੋਰ, ਹੁਣ ਇਸ ਕਿਆਰੇ ਦੇ ਵਿੱਚ ਪਾਉਣਾ ਕੀ ਹੈ? ਗੁਰੂ ਕਹਿ ਰਿਹਾ ਹੈ, ਮੈਂ ਤੈਨੂੰ ਦੱਸਦਾ ਹਾਂ। ਹਰ ਰੱਬ ਜੀ ਦਾ ਨਾਮ, ਸਿੰਚੈ ਭਾਵ ਇਕੱਠਾ ਕਰਨਾ, ਇਸ ਦੇ ਵਿੱਚ ਬੀਜ ਪਾਉਣਾ, ਇਸ ਨੂੰ ਸਿੰਚਣਾ। ਹਰ ਸਿੰਚੈ ਸੁਦਾ ਸੰਜੋਰ। ਤੇ ਸਾਹਿਬ ਜੀ ਕਹਿ ਰਹੇ ਹਨ, ਉਸ ਤੋਂ ਬਾਅਦ ਸੁਦਾ ਤੋਂ ਭਾਵ ਅੰਮ੍ਰਿਤ, ਨਾਮ ਜਲ ਨਾਮ ਦੇਣ ਵਾਲਾ, ਆਤਮਿਕ ਜੀਵਨ ਦੇਣ ਵਾਲਾ ਜਲ, ਉਸ ਦੇ ਵਿੱਚ ਅੰਮ੍ਰਿਤ ਨੂੰ ਸਿੰਚਣਾ ਕਰ। ਸੰਜੋਰ ਤੋਂ ਭਾਵ ਇਕੱਠਾ ਕਰਨਾ ਕਰ। ਇਸ ਕਿਆਰੇ ਦੇ ਵਿੱਚ ਆਪਣੇ ਮਨ ਅਤੇ ਤਨ ਨੂੰ ਕਿਆਰਾ ਬਣਾ, ਕਿਆਰੇ ਨੂੰ ਸਿੰਚਣਾ ਕਰ। ਸਿੰਚਣ ਤੋਂ ਬਾਅਦ ਇਸ ਦੇ ਵਿੱਚ ਅੰਮ੍ਰਿਤ ਰੂਪੀ ਜਲ ਪਾ। ਜਲ ਪਾ ਕੇ ਸਾਹਿਬ ਜੀ ਕਹਿ ਰਹੇ ਹਨ, ਇਸ ਨੂੰ ਇਕੱਤਰ ਕਰ ਲੈ, ਇਸ ਨੂੰ ਜੋੜ ਲੈ। ਆ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਇਸ ਰਸ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਹਨ, ਇਤਨਾ ਮਸਤ ਹੋ ਜਾ, ਇਤਨਾ ਮਗਨ ਹੋ ਜਾ। ਆ ਰਸ ਮੈਂ ਮਗਨ ਹੋਤ ਕਿਰਪਾ ਤੇ। ਵੇਖੋ, ਗੁਰੂ ਕੇ ਗਿਆਨ ਰੂਪੀ ਰਸ ਦੇ ਵਿੱਚ ਮਸਤ ਤਾਂ ਹੋਇਆ ਜਾ ਸਕਦਾ ਹੈ ਜੇ ਗੁਰੂ ਦੀ ਰਹਿਮਤ ਹੋਵੇ। ਜੇ ਸਤਿਗੁਰਾਂ ਦੀ ਬਾਤ ਮੰਨਾਂਗੇ, ਸਾਡਾ ਬੜਾ ਵੱਡਾ ਭੁਲੇਖਾ ਰਹਿੰਦਾ ਹੈ। ਜੇ ਕਿਸੇ ਨੂੰ ਕਿਹਾ ਗੁਰਦੁਆਰਾ ਸਾਹਿਬ ਆਇਆ ਕਰੋ, ਕਹਿਣ ਲੱਗੇ ਜੀ ਕਲਯੁਗ ਹੈ, ਸਮਾਂ ਹੀ ਨਹੀਂ ਲੱਗਦਾ, ਟਾਈਮ ਹੀ ਨਹੀਂ ਲੱਗਦਾ। ਉਹ ਭੋਲੇ ਇਨਸਾਨ, ਸਭ ਤੋਂ ਕੀਮਤੀ ਸਮਾਂ ਤੈਨੂੰ ਮਿਲਿਆ ਹੀ ਇਸ ਕਰਕੇ ਹੈ, ਤੂੰ ਰੱਬ ਜੀ ਦੀ ਇਬਾਦਤ ਕਰੇ।
ਗੁਰੂ ਕੇ ਗਿਆਨ ਨੂੰ ਛੱਡ ਦਿੱਤਾ, ਗੁਰਦੁਆਰੇ ਆਉਣਾ ਛੱਡ ਦਿੱਤਾ ਤੇ ਗੁਰਮੁਖੋ ਸੰਸਾਰਕ ਕੰਮਾਂ ਦੇ ਵਿੱਚ ਲੱਗਿਆ ਹੋਇਆ ਹੈ। ਸਾਹਿਬ ਜੀ ਕਹਿ ਰਹੇ ਹਨ ਤੇਰਾ ਸਮਾਂ ਹੀ ਸਫਲ ਇੱਥੇ ਆ ਕੇ ਹੋਵੇਗਾ, ਸਮਾਂ ਹੀ ਸਫਲ ਗੁਰੂ ਤੋਂ ਗਿਆਨ ਲੈ ਕੇ ਹੋਵੇਗਾ, ਕਿਉਂਕਿ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦੁਆਰੇ ਤੇ ਆ ਕੇ ਗਿਆਨ ਲੈਣਾ ਹੈ, ਗੁਰੂ ਦੇ ਦੁਆਰੇ ਤੇ ਆ ਕੇ ਸਮਝ ਲੈਣੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਣ ਤੋਂ ਬਿਨਾਂ ਸਮਝ ਨਹੀਂ ਆਵੇਗੀ। ਇਸ ਲਈ ਸਾਨੂੰ ਮਨੁੱਖਾ ਸਰੀਰ ਮਿਲਿਆ ਹੀ ਇਸ ਕਰਕੇ ਹੈ ਰੱਬ ਜੀ ਦੀ ਇਬਾਦਤ, ਉਸ ਦੀ ਸਿਫਤੋ ਸਲਾਹ ਕਰਨ ਵਾਸਤੇ। ਇਸ ਦਾ ਮਤਲਬ ਇਹ ਨਹੀਂ ਕਿ ਮਨੁੱਖ ਆਪਣਾ ਪਰਿਵਾਰ ਛੱਡ ਦੇਵੇ, ਘਰ-ਬਾਰ ਛੱਡ ਦੇਵੇ, ਕਾਰੋਬਾਰ ਛੱਡ ਦੇਵੇ। ਸਤਿਗੁਰੂ ਜੀ ਕਹਿ ਰਹੇ ਹਨ ਤੈਨੂੰ ਸਰੀਰ ਮਿਲਿਆ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਆਪਣੇ ਪੈਰਾਂ ਦੇ ਨਾਲ ਆਪਣੇ ਕੰਮ ਵੱਲ ਚੱਲ ਕੇ ਜਾ। ਤੇ ਸਾਹਿਬ ਜੀ ਕਹਿ ਰਹੇ ਹਨ ਹੱਥਾਂ ਦੇ ਨਾਲ ਕੰਮ ਕਰ, ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਨਿਭਾ, ਪਰਿਵਾਰਕ ਜ਼ਿੰਮੇਵਾਰੀਆਂ ਬਾਖੂਬ ਨਿਭਾ, ਮਾਂ ਬਾਪ ਦੀ ਸੇਵਾ ਕਰ, ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ, ਆਪਣੇ ਪਰਿਵਾਰ ਦੀ ਪ੍ਰਤਪਾਲਨਾ ਕਰ, ਤੇਰੀ ਜ਼ਿੰਮੇਵਾਰੀ ਹੈ। ਤੇ ਸਤਿਗੁਰੂ ਜੀ ਕਹਿ ਰਹੇ ਹਨ ਮਨ ਹਰ ਵਕਤ ਵਿਹਲਾ ਹੈ, ਕੰਮ ਤੋਂ ਭਾਵੇਂ ਕੋਈ ਵੀ ਕਰੀ ਜਾ ਰਿਹਾ ਹੈ, ਮਨ ਵਿਹਲਾ ਹੈ। ਆਪਣੇ ਮਨ ਨੂੰ ਰੱਬ ਜੀ ਦੇ ਚਰਨਾਂ ਦੇ ਵਿੱਚ ਜੋੜ ਲੈ, ਆਪਣੇ ਮਨ ਨੂੰ ਗੁਰੂ ਕੀ ਇਬਾਦਤ ਵਿੱਚ ਜੋੜ, ਤਾਂ ਕਿ ਇਸ ਸੰਸਾਰ ਦੇ ਵਿੱਚੋਂ ਜੀਵਨ ਸਫਲ ਕਰ ਲਵੇਂ। ਸਤਿਗੁਰੂ ਜੀ ਕਹਿ ਰਹੇ ਨੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਮਨੁੱਖਾ ਜੀਵਨ ਮਿਲਿਆ ਕਾਹਦੇ ਵਾਸਤੇ? ਭਈ ਪ੍ਰਾਪਤ ਮਨੁੱਖ ਦੇਹੁਰੀਆ। ਸਤਿਗੁਰਾਂ ਨੇ ਅਗਲੀ ਪੰਕਤੀ ਅੰਦਰ ਜਵਾਬ ਦੇ ਦਿੱਤਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇਰਾ ਮਨੋਰਥ ਹੈ, ਤੇਰਾ ਕਾਰਜ ਹੈ, ਤੇਰਾ ਫਰਜ਼ ਹੈ, ਤੇਰੀ ਜ਼ਿੰਮੇਵਾਰੀ ਹੈ ਰੱਬ ਜੀ ਨੂੰ ਮਿਲਣਾ। ਤੇ ਸਤਿਗੁਰਾਂ ਨੇ ਹੋਰ ਕਿਹਾ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਐ ਬੰਦੇ, ਤੂੰ ਸੰਸਾਰ ਤੇ ਸਮਾਜ ਤੇ ਕੇਵਲ ਰੱਬ ਜੀ ਦੀ ਇਬਾਦਤ ਕਰਨ ਵਾਸਤੇ ਆਇਆ ਹੈ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ। ਸੰਸਾਰਕ ਧੰਦਿਆਂ ਦੇ ਵਿੱਚ, ਸੰਸਾਰਕ ਮੋਹ ਦੇ ਵਿੱਚ, ਸੰਸਾਰਕ ਤਮਾਸ਼ਿਆਂ ਦੇ ਵਿੱਚ ਇਤਨਾ ਫਸ ਗਿਆ ਤੇ ਸਾਹਿਬ ਜੀ ਕਹਿ ਰਹੇ ਹਨ ਆਪਣਾ ਜੀਵਨ ਹੀ ਵਿਅਰਥ ਕਰ ਲਿਆ। ਤੇ ਸਾਹਿਬ ਕਹਿ ਰਹੇ ਹਨ ਜੀਵਨ ਨੂੰ, ਆਪਣੇ ਨੂੰ ਜੀਵਨ ਪੱਧਰ ਨੀਵਾਂ ਲੈ ਗਿਆ। ਸਤਿਗੁਰਾਂ ਨੇ ਤੇ ਸਾਨੂੰ ਗਿਆਨ ਦਿੱਤਾ ਹੈ ਜੀਵਨ ਪੱਧਰ ਨੂੰ ਉੱਚਿਆਂ ਕਿੱਦਾਂ ਚੁੱਕਣਾ ਹੈ। ਇਸ ਲਈ ਆ ਰਸਮ ਹੈ, ਸਤਿਗੁਰੂ ਜੀ ਸਾਨੂੰ ਗਿਆਨ ਦੇ ਰਹੇ ਨੇ, ਸਮਝ ਦੇ ਰਹੇ ਨੇ ਬਾਣੀ ਦੁਆਰਾ। ਤੇ ਸਾਹਿਬ ਕਹਿ ਰਹੇ ਹਨ ਬਾਣੀ ਨੂੰ ਪੜ੍ਹ ਸੁਣ ਵਿਚਾਰ ਜੀਵਨ ਵਿੱਚ ਲਾਗੂ ਕਰ ਲੈ ਤੇ ਇਸ ਰਸਤੇ ਵਿੱਚ ਇਤਨਾ ਮਸਤ ਹੋ ਜਾ। ਮਹਾਂ ਵਿਖਿਆ ਤੇ ਤੋਰ, ਤੇ ਸਤਿਗੁਰੂ ਜੀ ਤੈਨੂੰ ਮਹਾਂ ਵਿਖਿਆ ਭਾਵ ਸੰਸਾਰ ਦੇ ਵਿਕਾਰਾਂ ਦੇ ਵਿੱਚੋਂ, ਸੰਸਾਰ ਦੀ ਮੋਹ ਮਾਇਆ ਵਿੱਚੋਂ ਕੱਢ ਦੇਣਗੇ ਜੀ। ਆਇਓ ਸ਼ਰਨ ਦੀਨ ਦੁਖ ਭੰਜਨ, ਚਿਤਵਾ ਤੁਮਰੀ ਓਰ। ਤੇ ਪੰਚਮ ਨਾਨਕ ਕਹਿ ਰਹੇ ਹਨ ਹੇ ਸਤਿਗੁਰੂ ਜੀ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀਓ, ਗੁਰੂ ਨੇ ਮੈਨੂੰ ਸਮਝ ਦੇ ਦਿੱਤੀ। ਆਇਓ ਸ਼ਰਨ ਦੀਨ ਦੁਖ ਭੰਜਨ, ਗੁਰੂ ਨੇ ਮੈਨੂੰ ਗਿਆਨ ਦੇ ਦਿੱਤਾ। ਰੱਬ ਜੀ ਦੇ ਇਬਾਦਤ ਕਰਨ ਦੇ ਨਾਲ ਮਨੁੱਖ ਦੇ ਅੰਦਰ ਦੇ ਦੁੱਖ ਖਤਮ ਹੋ ਜਾਂਦੇ ਨੇ, ਮਨੁੱਖ ਦੇ ਵਿਕਾਰ ਖਤਮ ਹੋ ਜਾਂਦੇ ਨੇ। ਇਸ ਲਈ ਤੇਰੀ ਸ਼ਰਨ ਆਇਆ ਹਾਂ। ਦੀਨਾਂ ਦੇ, ਗਰੀਬਾਂ ਦੇ ਦੁੱਖ ਕੱਟਣ ਵਾਲੇ, ਉਹਨਾਂ ਦੇ ਦੁੱਖਾਂ ਨੂੰ ਸੁਣਨ ਵਾਲੇ ਚਿਤਵਾਂ ਤੁਮਰੀ ਔਰ। ਤੇ ਮੇਰਾ ਮਨ ਤੇਰੇ ਚਰਨਾਂ ਦਾ ਭੌਰਾ ਬਣ ਗਿਆ। ਮੈਂ ਆਪਣੇ ਮਨ ਨੂੰ, ਆਪਣੇ ਮਨ ਦੁਆਰਾ ਤੇਰੀ ਇਬਾਦਤ ਨੂੰ ਚਿਤਵਦਾ ਹਾਂ, ਤੈਨੂੰ ਚਿਤਵਦਾ ਹਾਂ। ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ ਜੀ। ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸਤਿਗੁਰੂ ਜੀ ਕਹਿ ਰਹੇ ਹਨ ਐਸੀ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ। ਅਪੈ ਪਦ, ਅਪੈ ਤੋਂ ਭਾਵ ਨਿਰਭੈਤਾ ਵਾਲੀ ਅਵਸਥਾ, ਅਪੈ ਤੋਂ ਭਾਵ ਉੱਚੀ ਅਵਸਥਾ ਜਿਸ ਦੇ ਵਿੱਚ ਡਰ ਭਉ ਕੋਈ ਨਹੀਂ ਰਹਿ ਜਾਂਦਾ। ਪਦ ਤੋਂ ਭਾਵ ਅਵਸਥਾ ਨੂੰ ਕਿਹਾ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਸਤਿਗੁਰੂ ਜੀ ਕਹਿ ਰਹੇ ਹਨ ਸੰਸਾਰ ਦੇ ਵਿਸ਼ੇ ਵਿਕਾਰਾਂ ਵਿੱਚੋਂ ਗੁਰੂ ਇਸ ਤਰ੍ਹਾਂ ਕੱਢ ਦਿੰਦਾ ਹੈ। ਤੇ ਗੁਰਮੁਖੋ ਆਨੰਦਪੁਰ ਸਾਹਿਬ ਜੀ ਦੀ ਧਰਤੀ ਹੈ।
ਭਾਈ ਦਇਆ ਸਿੰਘ ਹੋਰੀ ਤੇ ਭਾਈ ਲਾਲ ਚੰਦ ਵਰਗੇ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨੇ। ਤੇ ਸਤਿਗੁਰਾਂ ਨੇ ਉਹ ਸਮਾਂ ਬਣਾਇਆ, ਸਿੱਖਾਂ ਨੂੰ ਕਿਹਾ ਤੇ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਹੋਈ। ਸਮਾਪਤੀ ਤੋਂ ਬਾਅਦ ਸਤਿਗੁਰੂ ਜੀ ਟਹਿਲਣ ਵਾਸਤੇ ਤੁਰ ਪਏ। ਕੁਝ ਕੁ ਸਿੱਖ ਸਤਿਗੁਰਾਂ ਦੇ ਨਾਲ ਨੇ ਤੇ ਸਤਿਗੁਰਾਂ ਦੇ ਹੱਥ ਦੇ ਵਿੱਚ ਇੱਕ ਪੱਥਰ ਹੈ। ਗੁਰੂ ਜੀ ਨਦੀ ਦੇ ਕਿਨਾਰੇ ਆ ਗਏ ਤੇ ਸਤਿਗੁਰਾਂ ਨੇ ਉਹ ਪੱਥਰ ਨੂੰ ਨਦੀ ਦੇ ਵਿੱਚ ਵਗਾ ਕੇ ਮਾਰਿਆ। ਜਦ ਨਦੀ ਵਿੱਚ ਪੱਥਰ ਸੁੱਟਿਆ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਪੁੱਛਿਆ, ਸਿੱਖੋ ਇਹ ਪੱਥਰ ਕਿਉਂ ਡੁੱਬਿਆ? ਤੇ ਸਤਿਗੁਰਾਂ ਨੂੰ ਸਿੱਖ ਕਹਿਣ ਲੱਗੇ, ਪਹਿਲੇ ਨੇ ਜਵਾਬ ਦਿੱਤਾ, ਸਤਿਗੁਰੂ ਜੀ ਪੱਥਰ ਪਾਣੀ ਵਿੱਚ ਸੁੱਟਾਂਗੇ ਤੇ ਡੁੱਬੇਗਾ ਹੀ ਡੁੱਬੇਗਾ। ਦੂਸਰੇ ਨੂੰ ਪੁੱਛਿਆ, ਜਵਾਬ ਦਿੱਤਾ, ਸਤਿਗੁਰੂ ਜੀ ਪੱਥਰ ਭਾਰਾ ਹੈ ਤਾਂ ਡੁੱਬਿਆ। ਤੀਸਰੇ ਨੇ ਜਵਾਬ ਦਿੱਤਾ, ਸਤਿਗੁਰੂ ਜੀ ਪੱਥਰ ਦਾ ਸੁਭਾਅ ਹੈ, ਪਾਣੀ ਦੇ ਵਿੱਚ ਡੁੱਬੇਗਾ ਕਿਉਂਕਿ ਭਾਰਾ ਹੈ। ਇਸ ਤਰ੍ਹਾਂ ਦੇ ਕਈਆਂ ਨੇ ਜਵਾਬ ਦਿੱਤੇ ਤੇ ਭਾਈ ਨੰਦ ਲਾਲ ਨੂੰ ਸਤਿਗੁਰਾਂ ਨੇ ਪੁੱਛਣਾ ਕੀਤਾ। ਅੰਦਰੋਂ ਗਿਆਨ ਭਰਿਆ ਹੋਇਆ ਹੈ, ਵਿਦਵਤਾ ਭਰੀ ਹੋਈ ਹੈ ਤੇ ਗੁਰੂ ਪ੍ਰਤੀ ਪਿਆਰ ਇਤਨਾ ਹੈ। ਭਾਈ ਨੰਦ ਲਾਲ ਨੂੰ ਸਤਿਗੁਰਾਂ ਨੇ ਪੁੱਛਣਾ ਕੀਤਾ, ਨੰਦ ਲਾਲ ਪੱਥਰ ਕਿਉਂ ਡੁੱਬਿਆ? ਤੇ ਨੰਦ ਲਾਲ ਜੀ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੜ ਗਏ ਤੇ ਗੁਰਮੁਖੋ ਦਾਤਾ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਨਾ ਮੈਂ ਪਾਣੀ ਜਾਣਦਾ ਹਾਂ, ਨਾ ਮੈਂ ਨਦੀ ਜਾਣਦਾ ਹਾਂ, ਨਾ ਮੈਂ ਪੱਥਰ ਜਾਣਦਾ ਹਾਂ। ਮੈਨੂੰ ਤੇ ਇਤਨਾ ਪਤਾ ਹੈ ਜਿਹੜਾ ਤੇਰੇ ਹੱਥਾਂ ਵਿੱਚੋਂ ਨਿਕਲਿਆ ਉਹ ਅੱਜ ਵੀ ਡੁੱਬਿਆ, ਉਹ ਕੱਲ ਵੀ ਡੁੱਬਿਆ। ਜਿਹੜਾ ਤੇਰੇ ਕਹਿਣੇ ਵਿੱਚੋਂ ਬਾਹਰ ਗਿਆ ਉਹ ਅੱਜ ਵੀ ਡੁੱਬੇਗਾ, ਕੱਲ ਵੀ ਡੁੱਬੇਗਾ। ਸਤਿਗੁਰੂ ਜੀ ਪੱਥਰ, ਨਦੀ, ਪਾਣੀ ਦਾ ਮੈਨੂੰ ਨਹੀਂ ਪਤਾ, ਮੈਨੂੰ ਤੇ ਕੇਵਲ ਇਤਨਾ ਪਤਾ ਹੈ ਜਿਹੜਾ ਤੇਰੇ ਹੱਥਾਂ ਵਿੱਚੋਂ ਨਿਕਲਿਆ ਉਹ ਡੁੱਬੇਗਾ ਹੀ ਡੁੱਬੇਗਾ। ਇਸ ਲਈ ਭਾਗਾਂ ਵਾਲਿਓ ਗੁਰੂ ਕੀ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਜੀਵਨ ਵਿੱਚ ਲਾਗੂ ਕਰ ਲਈਏ ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਏ। ਸਤਿਗੁਰੂ ਜੀ ਕਹਿ ਰਹੇ ਨੇ, ਆਪੈ ਪਦਦਾਨ ਸਿਮਰਨ ਸੁਆਮੀ ਕੋ। ਗੁਰੂ ਐਸੀ ਨਿਰਭੈਤਾ ਵਾਲੀ ਉੱਚੀ ਅਵਸਥਾ ਬਣਾ ਦਿੰਦਾ ਹੈ। ਕਿਵੇਂ ਬਣਦੀ ਹੈ? ਸਿਮਰਨ ਸੁਆਮੀ ਕੋ। ਜਦੋਂ ਗੁਰੂ ਕਾ ਸਿਮਰਨ, ਗੁਰੂ ਕੀ ਇਬਾਦਤ, ਗੁਰੂ ਕੀ ਬੰਦਗੀ, ਗੁਰੂ ਕੀ ਸਿਫਤੋ ਸਲਾਹ ਕਰਾਂਗੇ, ਪ੍ਰਭ ਨਾਨਕ ਬੰਧਨ ਛੋਰ। ਸਤਿਗੁਰੂ ਜੀ ਕਹਿ ਰਹੇ ਹਨ, ਪੰਚਮ ਨਾਨਕ ਇਸ ਮਨੁੱਖ ਦੇ ਬੰਧਨ ਖਤਮ ਕਰ ਦਿੰਦੇ ਨੇ। ਇਹਨਾਂ ਬੰਧਨਾਂ ਤੋਂ ਛੁਡਾ ਕੇ ਉੱਚੀ ਅਵਸਥਾ, ਸਹਿਜ ਅਵਸਥਾ ਦੇ ਵਿੱਚ ਇਸ ਨੂੰ ਪਾ ਦਿੰਦੇ ਨੇ। ਇਸ ਲਈ ਸਤਿਗੁਰਾਂ ਦੀ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ।